Kanchan Outlook। ਅਜੋਕਾ ਮਨੁੱਖ ਅਜਿਹਾ ਬਣ ਗਿਆ ਹੈ ਕਿ ਉਹ ਨਜ਼ਾਰੇ ਵੱਲ ਨੂੰ ਭੱਜਦਾ ਹੈ। ਕੋਈ ਥੋੜਾ ਸਿਆਣਾ ਹੋਵੇ ਤੇ ਖੁਸ਼ੀ ਦੀ ਆਸ ਰੱਖਦਾ ਹੈ, ਪਰ ਜੋ ਪ੍ਰਮਾਤਮਾ ਦੇ ਭਗਤ ਜਨ ਹਨ, ਸੰਤ ਜਨ ਹਨ, ਉਹ ਆਨੰਦ ਦੀ ਤਾਂਘ ਰੱਖਦੇ ਨੇ। ਤਿੰਨ ਚੀਜ਼ਾਂ, ਤਿੰਨ ਅਹਿਸਾਸ, ਨਜ਼ਾਰਾ, ਖੁਸ਼ੀ ਤੇ ਆਨੰਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 457ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੇ ਰਾਹੀਂ ਅਸੀਂ ਇਹਨਾਂ ਤਿੰਨਾਂ ਦੇ ਵਿਚਲਾ ਫਰਕ ਜਾਣਾਂਗੇ। ਉਮੀਦ ਕਰਦੇ ਹਾਂ ਇਹ ਫਰਕ, ਇਹ ਸਿੱਖਿਆ ਤੁਹਾਡੇ ਦਿਲਾਂ 'ਤੇ ਡੂੰਘਾ ਅਸਰ ਕਰੇਗੀ ਅਤੇ ਅੱਗੇ ਤੋਂ ਆਪਣੇ ਜੀਵਨ ਦੇ ਵਿੱਚ ਕੁਝ ਵੀ ਕਰਦੇ ਸਮੇਂ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਰਹੇਗਾ ਕਿ ਤੁਸੀਂ ਉਹ ਜੋ ਕਰ ਰਹੇ ਹੋ, ਨਜ਼ਾਰੇ ਲਈ ਕਰ ਰਹੇ ਹੋ, ਖੁਸ਼ੀ ਲਈ ਕਰ ਰਹੇ ਹੋ ਕਿ ਆਨੰਦ ਲਈ ਕਰ ਰਹੇ ਹੋ। ਸੋ ਜੇਕਰ ਤੁਹਾਨੂੰ ਲੱਗੇ ਕਿ ਇਹ ਸਿੱਖਿਆ ਕਿਸੇ ਦੇ ਜੀਵਨ ਦੇ ਵਿੱਚ ਵੱਡੀ ਤਬਦੀਲੀ ਲਿਆ ਸਕਦੀ ਹੈ ਤੇ ਉਸ ਇਨਸਾਨ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਆਓ ਹੁਣ ਸ਼ੁਰੂਆਤ ਕਰੀਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 457ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ। ਆਸਾ ਮਹਿਲਾ ਪੰਚਵਾਂ। ਫਿਰ ਸੰਤਨ ਸੁਹਾਗ ਮਰੈ ਨਾ ਜਾਵੈ। ਹੁਣ ਇੱਕ ਇਸਤਰੀ ਨੂੰ ਸੁਹਾਗਣ ਉਦੋਂ ਤੱਕ ਮੰਨਿਆ ਜਾਂਦਾ ਜਦ ਤੱਕ ਉਹਦਾ ਪਤੀ ਜੀਵਤ ਹੈ। ਜਦ ਪਤੀ ਦੀ ਮੌਤ ਹੋ ਜਾਵੇ ਤੇ ਉਹ ਸੁਹਾਗਣ ਨਹੀਂ ਰਹਿ ਜਾਂਦੀ। ਅੱਜ ਕੱਲ੍ਹ ਥੋੜ੍ਹਾ ਜਿਹਾ ਫਰਕ ਪੈ ਗਿਆ, ਪਰ ਪਿਛਲੇ ਜ਼ਮਾਨੇ ਦੇ ਵਿੱਚ ਉਹ ਇਸਤਰੀ ਸੁਹਾਗ ਦੇ ਚਿੰਨ੍ਹ ਪਹਿਨਣੇ ਬੰਦ ਕਰ ਦਿੰਦੀ ਸੀ। ਸੁਹਾਗ ਦੇ ਚਿੰਨ੍ਹ ਜਾਣੀ ਕਿ ਕੋਈ ਹਾਰ ਸ਼ਿੰਗਾਰ ਦਾ ਸਮਾਨ। ਪਰ ਜੋ ਸੰਤ ਜਨ ਹਨ, ਥਿਰ ਸੰਤਨ ਸੁਹਾਗ, ਜੋ ਸੰਤ ਜਨ ਹਨ ਉਹਨਾਂ ਦਾ ਸੁਹਾਗ ਸਦਾ ਕਾਇਮ ਰਹਿਣ ਵਾਲਾ ਹੈ। ਮਰੈ ਨਾ ਜਾਵੈ, ਉਹ ਨਾ ਮਰਦਾ ਹੈ ਤੇ ਨਾ ਹੀ ਉਹਨਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ, ਕਿਉਂਕਿ ਸੰਤ ਜਨਾਂ ਦੇ ਸਿਰ ਦਾ ਸਾਈਂ ਉਹ ਪ੍ਰਮਾਤਮਾ ਆਪ ਹੈ। ਜਾ ਕੈ ਗ੍ਰਹਿ ਹਰਿ ਨਾਹੁ ਸੋ ਸਦ ਹੀ ਰਾਵੈ। ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਨਾਥ ਪ੍ਰਮਾਤਮਾ ਆ ਵਸਦਾ ਹੈ, ਉਹ ਸਦਾ ਹੀ ਉਹਦੇ ਮਿਲਾਪ ਦਾ ਆਨੰਦ ਮਾਣਦੀ। ਅਵਿਨਾਸ਼ੀ ਅਵਿਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ। ਉਹ ਪ੍ਰਮਾਤਮਾ ਨਾਸ ਤੋਂ ਰਹਿਤ ਹੈ, ਅਦ੍ਰਿਸ਼ਟ ਹੈ, ਸਦਾ ਹੀ ਨਵੇਂ ਪਿਆਰ ਵਾਲਾ ਹੈ ਤੇ ਪਵਿੱਤਰ ਸਰੂਪ ਹੈ। ਨਾ ਦੂਰ ਸਦਾ ਹਦੂਰ ਠਾਕੁਰ, ਦਾਦਿਸ਼ ਪੂਰਨ ਸਦ ਸਦਾ। ਉਹ ਪ੍ਰਮਾਤਮਾ ਕਿਸੇ ਤੋਂ ਵੀ ਦੂਰ ਨਹੀਂ ਹੈ, ਸਭਨਾਂ ਦੇ ਹਦੂਰ ਹੈ, ਅੰਗ ਸੰਗ ਵਸਦਾ ਹੈ। ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਵਿਆਪਕ ਰਹਿੰਦਾ ਹੈ। ਪ੍ਰਾਨ ਪਤ ਗਤ ਮਤ ਜਾਤੇ, ਪ੍ਰੀਐ ਪ੍ਰੀਤ ਪ੍ਰੀਤਮ ਭਾਵੈ। ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪ੍ਰਮਾਤਮਾ ਐਸਾ ਹੈ ਜਿਸ ਪਾਸੋਂ ਸਾਨੂੰ ਗਤ ਵੀ ਮਿਲਦੀ ਹੈ ਤੇ ਮਤ ਵੀ ਮਿਲਦੀ ਹੈ, ਜਾਣੀ ਉੱਚੀ ਆਤਮਿਕ ਅਵਸਥਾ ਵੀ ਹਾਸਲ ਹੁੰਦੀ ਹੈ ਤੇ ਚੰਗੀ ਅਕਲ ਵੀ ਪ੍ਰਾਪਤ ਹੁੰਦੀ ਹੈ। ਜਿਉਂ-ਜਿਉਂ ਉਸ ਪਿਆਰੇ ਦੇ ਨਾਲ ਅਸੀਂ ਆਪਣੀ ਪ੍ਰੀਤ ਵਧਾਈਏ, ਤਿਉਂ-ਤਿਉਂ ਹੀ ਉਹ ਪ੍ਰੀਤਮ ਪ੍ਰਭੂ ਸਾਨੂੰ ਹੋਰ ਜ਼ਿਆਦਾ ਪਿਆਰਾ ਲੱਗਦਾ ਹੈ। ਨਾਨਕ ਵਖਾਣੈ ਗੁਰ ਬਚਨ ਜਾਣੈ, ਥਿਰ ਸੰਤਨ ਸੁਹਾਗ ਮਰੈ ਨਾ ਜਾਵੈ। ਨਾਨਕ ਆਖਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਪ੍ਰਭੂ ਪ੍ਰੀਤਮ ਨਾਲ ਡੂੰਘੀ ਸਾਂਝ ਪੈਂਦੀ ਹੈ। ਪਰਮਾਤਮਾ ਦੇ ਸੰਤ ਜਨ ਸਦਾ ਹੀ ਸੁਹਾਗਣ ਰਹਿੰਦੇ ਨੇ। ਉਹਨਾਂ ਦੇ ਸਿਰ ਦਾ ਸਾਈਂ, ਉਹਨਾਂ ਦਾ ਖਸਮ ਪ੍ਰਭੂ ਨਾ ਕਦੇ ਮਰਦਾ ਹੈ, ਨਾ ਹੀ ਕਦੇ ਉਹਨਾਂ ਨੂੰ ਛੱਡ ਕੇ ਜਾਂਦਾ ਹੈ। ਜਾ ਕਉ ਰਾਮ ਪਧਾਰ ਤਾਕੈ ਆਨੰਦ ਘਣਾ। ਪਧਾਰ ਤੋਂ ਭਾਵ ਖਸਮ। ਇਹ ਭਾਈ, ਜਿਸ ਜੀਵ ਇਸਤਰੀ ਦਾ ਖਸਮ ਉਹ ਪ੍ਰਭੂ ਪਤੀ ਹੋਵੇ, ਉਹ ਪ੍ਰਭੂ ਪਤੀ ਜਿਸ ਨੂੰ ਮਿਲ ਜਾਵੇ, ਉਹਦੇ ਹਿਰਦੇ ਘਰ ਵਿੱਚ ਬਹੁਤ ਆਨੰਦ ਬਣਿਆ ਰਹਿੰਦਾ ਹੈ। ਨਾ ਨਜ਼ਾਰਾ ਨਾ ਖੁਸ਼ੀ, ਆਨੰਦ ਬਣਿਆ ਰਹਿੰਦਾ ਹੈ। ਸੁਖਵੰਤੀ ਸਾ ਨਾਰ ਸ਼ੋਭਾ ਪੂਰਬਣਾ। ਉਹ ਸੁਖੀ ਜੀਵਨ ਬਿਤਾਉਂਦੀ ਹੈ, ਹਰ ਥਾਂ ਉਸ ਦੀ ਸ਼ੋਭਾ ਵਡਿਆਈ ਬਣੀ ਰਹਿੰਦੀ ਹੈ। ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ। ਉਸ ਜੀਵ ਇਸਤਰੀ ਨੂੰ ਹਰ ਥਾਂ ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਸੁੱਖ ਮਿਲਦਾ ਹੈ, ਕਿਉਂਕਿ ਉਸ ਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਪ੍ਰਾਪਤ ਹੋਈ ਰਹਿੰਦੀ ਹੈ। ਸਰਵ ਸਿੱਧ ਨਵ ਨਿਧ ਤਿਤ ਗ੍ਰਹਿ, ਨਹੀਂ ਊਨਾ ਸਭ ਕਛੂ। ਦੈਵੀ ਗੁਣਾਂ ਦਾ ਮਾਲਕ ਪ੍ਰਭੂ ਸਦਾ ਉਸ ਦੇ ਅੰਗ ਸੰਗ ਵਸਦਾ ਹੈ। ਉਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਸਾਰੀਆਂ ਹੀ ਕਰਾਮਾਤੀ ਤਾਕਤਾਂ, ਸਾਰੇ ਹੀ 9 ਖਜ਼ਾਨੇ ਵਸ ਪੈਂਦੇ ਨੇ। ਉਹਨੂੰ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ,
ਸਭ ਕੁਝ ਹੀ ਪ੍ਰਾਪਤ ਰਹਿੰਦਾ ਹੈ। ਫਿਰ ਤੋਂ ਇਹ ਗੱਲ ਅਸੀਂ ਚੇਤੇ ਦੇ ਵਿੱਚ ਰੱਖੀਏ, ਜਿਸ ਨੇ ਪ੍ਰਮਾਤਮਾ ਦੇ ਨਾਲ ਡੂੰਘੀ ਸਾਂਝ ਪਾ ਲਈ, ਜ਼ਰੂਰੀ ਨਹੀਂ ਕਿ ਉਹਨੂੰ ਦੁਨੀਆ ਦੀ ਹਰ ਜੋ ਬਾਹਰਲੀ ਵਸਤੂ ਆ ਉਹ ਮਿਲ ਜਾਏ। ਬਾਹਰਲੀ ਤੋਂ ਭਾਵ ਜਿਹੜੀਆਂ ਵਸਤੂਆਂ ਨੂੰ ਅਸੀਂ ਛੋਹ ਸਕਦੇ ਹਾਂ। ਜ਼ਰੂਰੀ ਨਹੀਂ ਕਿ ਉਹਨੂੰ ਜੀਵਨ ਦੀ ਹਰ ਇੱਕ ਸੁੱਖ ਸਹੂਲਤ ਮਿਲ ਜਾਏ ਜਿਹੜੀਆਂ ਦੇ ਪਿੱਛੇ ਕਿ ਇਨਸਾਨ ਭੱਜਦਾ ਰਹਿੰਦਾ। ਉਹ ਪ੍ਰਮਾਤਮਾ ਦਾ ਜੋ ਭਗਤ ਜਨ ਹੈ ਉਹ ਇੱਕ ਕੁਟੀਆ ਦੇ ਵਿੱਚ ਵੀ ਰਹਿੰਦਾ ਹੋ ਸਕਦਾ, ਪਰ ਉਹਨੂੰ ਘਾਟ ਨਹੀਂ ਕਿਸੇ ਚੀਜ਼ ਦੀ। ਮਾਨਸਿਕ ਆਤਮਿਕ ਪੱਧਰ 'ਤੇ ਮਹਿਲਾਂ ਦੇ ਵਿੱਚ ਰਹਿੰਦਾ ਹੋਇਆ ਇਨਸਾਨ ਵੀ ਰੱਜਦਾ ਨਹੀਂ। ਇੰਨਾ ਕੁਝ ਹੁੰਦੇ ਹੋਏ ਵੀ ਉਹਨੂੰ ਘਾਟ ਲੱਗਦੀ ਹੈ। ਉਹਨੂੰ ਇਹ ਲੱਗਦਾ ਹੈ ਕਿ ਹਾਲੇ ਆ ਨਹੀਂ ਮਿਲਿਆ, ਇਹ ਸਭ ਤੇ ਜੋ ਮਿਲਿਆ ਹੀ ਹੈ, ਪਰ ਆ ਨਹੀਂ ਮਿਲਿਆ। ਉਹਨੂੰ ਘਾਟ ਲੱਗੀ ਰਹਿੰਦੀ, ਉਹਨੂੰ ਰੱਜ ਨਹੀਂ ਆਉਂਦਾ। ਪਰ ਜੋ ਪ੍ਰਮਾਤਮਾ ਦੇ ਭਗਤ ਜਨ ਹਨ, ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਉਹਨਾਂ ਸਭ ਕੁਛ, ਕੋਈ ਘਾਟ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਰੱਜ ਆ ਜਾਂਦਾ ਹੈ। ਜੋ ਕੁਝ ਵੀ ਉਹਨਾਂ ਕੋਲ ਹੁੰਦਾ ਹੈ ਉਹਦੇ 'ਚ ਉਹਨਾਂ ਨੂੰ ਸਬਰ ਆ ਜਾਂਦਾ ਹੈ। ਮਧੁਰ ਬਾਣੀ ਪਿਰਹਿ ਮਾਨੀ, ਥਿਰ ਸੁਹਾਗ ਤਾਂ ਕਾ ਬਣਾ। ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਮਿਲ ਜਾਏ ਉਹਦੇ ਬੋਲ ਮਿੱਠੇ ਹੋ ਜਾਂਦੇ ਨੇ। ਪ੍ਰਭੂ ਪਤੀ ਨੇ ਉਸ ਨੂੰ ਆਦਰ ਮਾਣ ਦੇ ਰੱਖਿਆ ਹੁੰਦਾ ਹੈ, ਉਹਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ। ਨਾਨਕ ਵਖਾਣੈ ਗੁਰ ਬਚਨ ਜਾਣੈ, ਜਾਕੋ RAM ਪਤਾਰ ਤਾਂ ਕੈ ਆਨੰਦ ਘਣ। ਨਾਨਕ ਆਖਦਾ ਹੈ, ਗੁਰੂ ਦੇ ਸ਼ਬਦ ਦੇ ਰਾਹੀਂ ਉਹ ਜੀਵ ਇਸਤਰੀ ਪ੍ਰਭੂ ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਹੇ ਭਾਈ, ਸਰਬ ਵਿਆਪਕ ਪ੍ਰਮਾਤਮਾ ਜਿਸ ਜੀਵ ਇਸਤਰੀ ਦਾ ਖਸਮ ਬਣ ਜਾਂਦਾ ਹੈ, ਉਸ ਦੇ ਹਿਰਦੇ ਘਰ ਵਿੱਚ ਬਹੁਤ ਆਨੰਦ ਬਣਿਆ ਰਹਿੰਦਾ ਹੈ। ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ। ਹੇ ਸਹੇਲੀ, ਆ ਗੁਰੂ ਦੇ ਪਾਸ ਚੱਲੀਏ, ਗੁਰੂ ਦੀ ਸੇਵਾ ਦੇ ਵਿੱਚ ਲੱਗੀਏ। ਪੀਸੋ ਚਰਨ ਪਖਾਰ ਆਪ ਤਿਆਗੀ ਹੈ। ਹੇ ਸਖੀ, ਮੇਰਾ ਜੀ ਕਰਦਾ ਹੈ ਮੈਂ ਗੁਰੂ ਕੇ ਲੰਗਰ ਵਾਸਤੇ ਚੱਕੀ ਪੀਹਾਂ, ਮੈਂ ਗੁਰੂ ਦੇ ਚਰਨ ਧੋਵਾਂ। ਗੁਰੂ ਦੇ ਦਰ 'ਤੇ ਜਾ ਕੇ ਹੰਕਾਰ ਤਿਆਗ ਦੇਣਾ ਚਾਹੀਦਾ ਹੈ। ਤਜ ਆਪ ਮਿਟੈ ਸੰਤਾਪ, ਆਪ ਨਾ ਜਾਣਾਈ ਹੈ। ਜਦੋਂ ਅਸੀਂ ਹੰਕਾਰ ਤਿਆਗ ਦਈਏ ਤੇ ਸਾਡੇ ਸੰਤਾਪ ਵੀ ਮਿਟ ਜਾਂਦੇ ਨੇ। ਤਜ ਆਪ ਮਿਟੈ ਸੰਤਾਪ, ਜਦੋਂ ਹੰਕਾਰ ਆਪਾ ਭਾਵ ਤਿਆਗ ਦਈਏ ਤਾਂ ਮਾਨਸਿਕ ਕਲੇਸ਼ ਵੀ ਮਿਟ ਜਾਂਦਾ ਹੈ, ਕਿਉਂਕਿ ਜ਼ਿਆਦਾਤਰ ਮਾਨਸਿਕ ਕਲੇਸ਼ ਸਾਡੇ ਆਪੇ ਭਾਵ 'ਚੋਂ ਹੀ ਉਤਪੰਨ ਹੁੰਦੇ। ਜਦੋਂ ਅਸੀਂ ਆਪਣੇ ਆਪ ਨੂੰ ਵੱਡਾ ਸਮਝਣ ਲੱਗਦੇ, ਆਪਣੇ ਆਪ 'ਤੇ ਹੰਕਾਰ ਕਰਨ ਲੱਗਦੇ ਹਾਂ, ਉਦੋਂ ਹੀ ਸਾਡੇ ਮਨ ਦੇ ਵਿੱਚ ਕਲੇਸ਼ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਅਸੀਂ ਇਹ ਸੋਚਣ ਲੱਗਦੇ ਹਾਂ ਕਿ ਇੰਨੀ ਕੁ ਚੀਜ਼ ਨਾਲ ਮੇਰਾ ਕੀ ਬਣਨਾ, ਮੈਂ ਤੇ ਬਹੁਤ ਵੱਡਾ। ਉਹ ਕਲੇਸ਼ ਦਾ ਸੰਤਾਪ ਦਾ ਕਾਰਨ ਬਣਦਾ। ਸੋ ਚੇਤੇ ਰੱਖੀਏ, ਤਜ ਆਪ ਮਿਟੈ ਸੰਤਾਪ, ਆਪ ਨਾ ਜਨਾਈਐ। ਆਪਣੇ ਆਪ ਨੂੰ ਜਤਾਉਣਾ ਨਹੀਂ ਚਾਹੀਦਾ। ਸ਼ਰਨ ਗਹੀਚੈ ਮਾਨ ਲੀਚੈ, ਕਰੇ ਸੋ ਸੁਖ ਪਾਈਐ। ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ। ਗੁਰੂ ਜੋ ਹੁਕਮ ਕਰੇ ਉਹਨੂੰ ਮੰਨ ਲੈਣਾ ਚਾਹੀਦਾ ਹੈ। ਜਿਹੜਾ ਇਹ ਦੋ ਚੀਜ਼ਾਂ ਕਰ ਲਵੇ ਉਹ ਸੁੱਖ ਹਾਸਲ ਕਰਦਾ। ਉਹਦੇ ਲਈ ਗੁਰੂ ਜੋ ਵੀ ਕਰੇ ਉਹ ਸੁਖਦਾਈ ਹੁੰਦਾ ਹੈ। ਕਰ ਦਾਸ ਦਾਸੀ ਤਜ ਉਦਾਸੀ, ਕਰ ਜੋੜ ਦਿਨ ਰੈਣ ਜਾਗੀਐ। ਹੇ ਸਖੀ, ਆਪਣੇ ਆਪ ਨੂੰ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ ਮਨ ਵਿੱਚੋਂ ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ ਸੇਵਾ ਦੇ ਵਿੱਚ ਸੁਚੇਤ ਰਹਿਣਾ ਚਾਹੀਦਾ ਹੈ। ਸੁਚੇਤ ਹੋ ਜਾਣਾ, ਅਲਰਟ ਹੋ ਜਾਣਾ। ਅਸੀਂ ਆਪਣਾ ਜੋ ਜੀਵਨ ਹੈ ਇਹ ਸੁਚੇਤ ਹੋ ਕੇ ਨਹੀਂ, ਅਚੇਤਨਾ ਦੇ ਵਿੱਚ ਹੀ ਗਵਾ ਰਹੇ ਹਾਂ। ਅਸੀਂ ਚੱਲਦੇ ਪਏ ਹਾਂ, ਪਰ ਬਜਾਏ ਇਸ ਦੇ ਕਿ ਅਸੀਂ ਆਪਣੇ ਪੈਰਾਂ ਨੂੰ ਧਰਤੀ ਦੇ ਨਾਲ ਛੂੰਹਦਾ ਮਹਿਸੂਸ ਕਰੀਏ, ਚੱਲਦੇ ਹੋਏ ਹਵਾ ਦੇ ਬੁੱਲੇ ਜੋ ਸਾਡੇ ਮੁੱਖ 'ਤੇ ਆ ਕੇ ਵੱਜਦੇ ਨੇ ਉਹਨਾਂ ਨੂੰ ਮਹਿਸੂਸ ਕਰੀਏ। ਸਾਡਾ ਧਿਆਨ ਕਿਤੇ ਹੋਰ ਹੈ। ਅਸੀਂ ਆਸ-ਪਾਸ ਚੀਜ਼ਾਂ ਵੇਖਦੇ ਜਾ ਰਹੇ ਹਾਂ, ਕਿਸੇ ਦੀਆਂ ਸੋਹਣੀਆਂ ਗੱਡੀਆਂ ਵੇਖਦੇ ਜਾ ਰਹੇ ਹਾਂ, ਕਿਸੇ ਦੇ ਸੋਹਣੇ ਘਰ, ਕਿਸੇ ਦੇ ਸੋਹਣੇ ਕੱਪੜੇ ਵੇਖਦੇ ਜਾ ਰਹੇ ਹਾਂ। ਸੁਚੇਤ ਨਹੀਂ ਹਾਂ ਆਪਣੇ ਆਪ ਬਾਰੇ, ਦੂਜਿਆਂ ਬਾਰੇ ਸੁਚੇਤ ਹੋਣ ਦੀ ਕੋਸ਼ਿਸ਼ ਦੇ ਵਿੱਚ ਹਾਂ। ਜੇ ਆਨੰਦ ਲੈਣਾ ਹੈ ਤੇ ਸੁਚੇਤ ਹੋਣਾ ਸਿੱਖਣਾ ਪਏਗਾ। ਸ਼ੁਰੂਆਤ ਦੇ ਵਿੱਚ ਔਖਾ ਲੱਗਦਾ, ਕੁਝ ਪਲਾਂ ਲਈ ਅਸੀਂ ਸੁਚੇਤ ਹੋ ਪਾਉਂਦੇ ਹਾਂ, ਮਨ ਫੇਰ ਭਟਕ ਜਾਂਦਾ, ਪਰ ਕੋਸ਼ਿਸ਼ ਕਰਦੇ ਰਹੀਏ ਤੇ ਉਹ ਅਵਸਥਾ ਅਸੀਂ ਜ਼ਰੂਰ ਹਾਸਲ ਕਰ ਲੈਂਦੇ ਹਾਂ ਕਿ ਅਸੀਂ ਸੁਚੇਤ ਸਦੀਵੀ ਰਹੀਏ। ਸੋ ਕਰ ਜੋੜ ਦਿਨ ਰੈਣ ਜਾਗੀਐ, ਦਿਨ ਰਾਤ ਅਸੀਂ ਸੁਚੇਤ ਰਹੀਏ। ਨਾਨਕ ਵਖਾਣੈ ਗੁਰ ਬਚਨ ਜਾਣੈ, ਆਓ ਸਖੀ ਸੰਤ ਪਾਸ ਸੇਵਾ ਲਾਗੀਐ।
ਨਾਨਕ ਆਖਦਾ ਹੈ, ਹੇ ਸਖੀ, ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ। ਆ ਗੁਰੂ ਪਾਸ ਚੱਲੀਏ, ਆ ਗੁਰੂ ਦੀ ਸੇਵਾ ਦੇ ਵਿੱਚ ਲੱਗੀਏ। ਜਾਕੈ ਮਸਤਕ ਭਾਗ ਸੇ ਸੇਵਾ ਲਾਇਆ। ਹੇ ਭਾਈ, ਜਿਨ੍ਹਾਂ ਦੇ ਮੱਥੇ ਉੱਤੇ ਭਾਗ ਜਾਗਦੇ ਹਨ, ਉਹਨਾਂ ਨੂੰ ਪ੍ਰਮਾਤਮਾ ਨੇ ਸੇਵਾ ਭਗਤੀ ਦੇ ਵਿੱਚ ਜੋੜਿਆ ਹੈ, ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੀ ਹਰੇਕ ਆਸ ਹੀ ਪੂਰੀ ਹੋ ਜਾਂਦੀ ਹੈ। ਦੁਨਿਆਵੀ ਆਸਾਂ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦੀਆਂ ਨੇ। ਸਾਧ ਸੰਗ ਹਰ ਕੈ ਰੰਗ, ਗੋਬਿੰਦ ਸਿਮਰਨ ਲੱਗ ਗਿਆ। ਸਾਧ ਸੰਗਤ ਦੀ ਬਰਕਤ ਨਾਲ ਪ੍ਰਮਾਤਮਾ ਦੇ ਪ੍ਰੇਮ ਵਿੱਚ ਜੁੜ ਕੇ ਉਹ ਪ੍ਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ। ਭਰਮ ਮੋਹ ਵਿਕਾਰ ਦੂਜਾ, ਸਗਲ ਤਿਨੈ ਤਿਆਗਿਆ। ਮਾਇਆ ਦੀ ਖਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ ਤੇਰ, ਇਹ ਸਾਰੇ ਹੀ ਔਗਣ ਉਹ ਤਿਆਗ ਦਿੰਦੇ ਨੇ। ਮਨ ਸ਼ਾਂਤ ਸਹਿਜ ਸੁਭਾਏ, ਵੂਠਾ ਆਨੰਦ ਮੰਗਲ ਗੁਣ ਗਾਇਆ। ਇਹ ਸਾਰੇ ਔਗੁਣ ਤਿਆਗ ਕੇ ਉਹਨਾਂ ਦੇ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਿਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ। ਉਹ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਤੇ ਆਤਮਿਕ ਆਨੰਦ ਮਾਣਦੇ ਹਨ। ਹੁਣ ਤੱਕ ਅਸੀਂ 2-3 ਵਾਰ ਇਸ ਗੱਲ 'ਤੇ ਜ਼ੋਰ ਦੇ ਚੁੱਕੇ ਹਾਂ ਕਿ ਆਨੰਦ ਮਾਣਦੇ ਹਨ। ਆਓ ਹੁਣ ਇਸ ਫਰਕ ਨੂੰ ਜਾਣੀਏ। ਜੇ ਅਸੀਂ ਰੋਲਰ ਕੋਸਟਰ ਦੇ ਵਿੱਚ ਬੈਠ ਜਾਈਏ, ਉਹ ਕੁਝ ਕੁ ਮਿੰਟਾਂ ਦੀ ਰਾਈਡ ਹੁੰਦੀ ਹੈ, ਕੁਝ ਕੁ ਮਿੰਟ ਦਾ ਹੀ ਝੂਟਾ ਹੁੰਦਾ, ਬੜਾ ਛੋਟਾ, ਪਰ ਉਹ ਨਜ਼ਾਰੇਦਾਇਕ ਹੁੰਦਾ ਹੈ। ਉਹ ਰਾਈਡ, ਉਹ ਝੂਟਾ ਬੇਸ਼ੱਕ 1 ਮਿੰਟ ਦਾ ਹੋਵੇ, ਪਰ ਉਹ 1 ਮਿੰਟ ਨਜ਼ਾਰਿਆਂ ਭਰਾ ਹੁੰਦਾ ਹੈ। ਸਾਨੂੰ ਨਜ਼ਾਰਾ ਬਹੁਤ ਆਉਂਦਾ ਹੈ। ਇਸੇ ਤਰ੍ਹਾਂ ਹੀ ਅਸੀਂ ਕੋਈ ਖੇਡ ਖੇਡ ਰਹੇ ਹੋਈਏ, ਕੰਪਿਊਟਰ 'ਤੇ ਕੋਈ ਗੇਮ ਖੇਡ ਰਹੇ ਹੋਈਏ, ਸਾਨੂੰ ਬੜਾ ਨਜ਼ਾਰਾ ਆਉਂਦਾ ਹੈ। ਪਰ ਉਹ ਨਜ਼ਾਰਾ ਓਨਾ ਚਿਰ ਹੀ ਹੁੰਦਾ ਹੈ ਜਿੰਨਾ ਚਿਰ ਕਿ ਜੋ ਅਸੀਂ ਕਰਦੇ ਪਏ ਹਾਂ, ਜਿਹਦੇ 'ਚੋਂ ਸਾਨੂੰ ਉਹ ਨਜ਼ਾਰਾ ਆ ਰਿਹਾ, ਉਹ ਖੇਡ, ਉਹ ਗੇਮ, ਉਹ ਪ੍ਰਕਿਰਿਆ ਚੱਲ ਰਹੀ ਹੈ। ਜਿਵੇਂ ਹੀ ਉਹ ਪ੍ਰਕਿਰਿਆ ਸਮਾਪਤ ਹੋਈ, ਉਵੇਂ ਹੀ ਸਾਡਾ ਨਜ਼ਾਰਾ ਵੀ ਸਮਾਪਤ ਹੋ ਜਾਂਦਾ। ਇੰਨੀ ਕੁ ਅਵਧੀ ਹੈ ਨਜ਼ਾਰੇ ਦੀ। ਹੁਣ ਗੱਲ ਕਰੀਏ ਖੁਸ਼ੀ ਦੀ। ਮੰਨ ਲਓ ਸਾਡੀ ਤਨਖਾਹ ਵੱਧ ਗਈ, ਸਾਨੂੰ ਨੌਕਰੀ ਮਿਲ ਗਈ, ਜਾਂ ਸਾਡਾ ਕੰਮਕਾਰ ਕੋਈ ਚੰਗਾ ਚੱਲਣ ਲੱਗ ਗਿਆ, ਅਸੀਂ ਕੋਈ ਮਹਿੰਗੀ ਚੀਜ਼ ਲੈ ਲਈ, ਉਹ ਸਾਨੂੰ ਖੁਸ਼ੀ ਦਿੰਦੀ ਹੈ। ਪਰ ਉਹ ਖੁਸ਼ੀ ਜਿਹੜੀ ਹੈ, ਉਹਦੀ ਅਵਧੀ ਵੀ ਬਹੁਤੀ ਲੰਬੀ ਨਹੀਂ ਹੁੰਦੀ। ਉਹਦੀ ਅਵਧੀ ਕੁਝ ਦਿਨ, ਕੁਝ ਹਫ਼ਤੇ ਜਾਂ ਵੱਧ ਤੋਂ ਵੱਧ 1-2 ਮਹੀਨੇ ਰਹਿੰਦੀ। ਅਸੀਂ ਨਵਾਂ ਘਰ ਵੀ ਪਾ ਲਈਏ, ਮਹੀਨਾ 2 ਮਹੀਨੇ ਬੜਾ ਨਜ਼ਾਰਾ ਜਿਹਾ ਆਉਂਦਾ, ਖੁਸ਼ੀ ਜਿਹੀ ਹੁੰਦੀ ਹੈ, ਅਸੀਂ ਚੇਤੰਨ ਤੌਰ 'ਤੇ ਉਸ ਘਰ ਨੂੰ ਮਾਣਦੇ ਹਾਂ। ਇਸੇ ਤਰ੍ਹਾਂ ਹੀ ਕੋਈ ਨਵੀਂ ਕਾਰ ਲੈ ਲਈਏ, ਕੋਈ ਵੀ ਨਵੀਂ ਚੀਜ਼ ਲੈ ਲਈਏ, ਸ਼ੁਰੂ ਦੇ ਵਿੱਚ ਸਾਨੂੰ ਬੜਾ ਨਜ਼ਾਰਾ ਆਉਂਦਾ, ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ। ਪਰ ਉਹ ਖੁਸ਼ੀ ਹੌਲੀ ਹੌਲੀ ਖਤਮ ਹੋ ਜਾਂਦੀ, ਹੌਲੀ ਹੌਲੀ ਉਹ ਚੀਜ਼ ਨਵੀਂ ਨਹੀਂ ਰਹਿੰਦੀ, ਸਾਡੇ ਆਮ ਜੀਵਨ ਦਾ ਹੀ ਇੱਕ ਆਮ ਜਿਹਾ ਹਿੱਸਾ ਬਣ ਕੇ ਰਹਿ ਜਾਂਦੀ ਹੈ। ਸਾਨੂੰ ਉਹਦੇ 'ਚੋਂ ਉਹ ਖੁਸ਼ੀ ਮਹਿਸੂਸ ਨਹੀਂ ਹੁੰਦੀ ਜਿਹੜੀ ਪਹਿਲੀ ਵਾਰ ਹੋਈ। ਅਤੇ ਫਿਰ ਆਉਂਦਾ ਹੈ ਆਨੰਦ। ਆਨੰਦ ਇੱਕ ਅਜਿਹੀ ਅਵਸਥਾ ਹੈ ਜਿਹੜੀ ਸਥਾਈ ਹੈ। ਤੁਸੀਂ ਇੱਕ ਵਾਰ ਜਦ ਇਸ ਅਵਸਥਾ ਨੂੰ ਪਾ ਲਿਆ, ਅਤੇ ਫਿਰ ਨਾ ਤੇ ਨਜ਼ਾਰੇ ਵਾਂਗ ਉਹ ਕੁਝ ਪਲਾਂ ਦੇ ਵਿੱਚ ਜਾਵੇ, ਨਾ ਖੁਸ਼ੀ ਵਾਂਗ ਕੁਝ ਦਿਨਾਂ ਜਾਂ ਹਫ਼ਤਿਆਂ 'ਚ ਜਾਵੇ। ਉਹ ਆਨੰਦਮਈ ਜਿਹੜੀ ਅਵਸਥਾ ਹੈ, ਉਹ ਸਦਾ ਲਈ ਤੁਹਾਡੇ ਨਾਲ ਬਣ ਜਾਂਦੀ ਹੈ। ਤੁਸੀਂ ਕਰਦੇ ਕੁਝ ਵੀ ਹੋਵੋ, ਕਿਤੇ ਵੀ ਹੋਵੋ, ਆਨੰਦ ਤੁਹਾਡੇ ਅੰਦਰ ਬਣਿਆ ਰਹਿੰਦਾ ਹੈ। ਅਤੇ ਇਹ ਆਨੰਦ ਪਰਮਾਤਮਾ ਦੇ ਨਾਲ ਲਿਵ ਜੋੜੇ ਤੋਂ ਮਿਲਦਾ ਹੈ। ਇਹ ਆਨੰਦ ਚੇਤੰਨ ਹੋਏ ਤੋਂ ਮਿਲਦਾ ਹੈ, ਸੁਚੇਤ ਹੋਏ ਤੋਂ ਮਿਲਦਾ ਹੈ। ਇਸ ਤੋਂ ਬਾਅਦ ਤੇ ਅਗਲੇ ਅੰਗ ਦੀ ਬਾਣੀ ਦੀ ਵਿਆਖਿਆ ਤੋਂ ਪਹਿਲਾਂ ਇੱਕ ਬਾਂਦਰ ਦੀ ਕਹਾਣੀ ਦੀ ਵੀਡੀਓ ਅਪਲੋਡ ਕਰਾਂਗੇ। ਉਹਦੇ 'ਚ ਸਾਨੂੰ ਚੇਤਨਾ ਅਤੇ ਅਚੇਤਨਾ ਦੇ ਬਾਰੇ 'ਚ ਸਿੱਖਣ ਨੂੰ ਮਿਲੇ। ਜਦੋਂ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸੁਚੇਤ ਰਹਿਣਾ ਚਾਹੀਦਾ ਹੈ, ਉਹ ਸੁਚੇਤ ਦਾ ਜੋ ਅਰਥ ਹੈ ਉਹ ਅਸੀਂ ਬੜੀ ਡੂੰਘਾਈ ਦੇ ਵਿੱਚ ਜਾ ਕੇ ਸਮਝ ਪਾਵਾਂਗੇ। ਸੋ ਹੁਣ ਅੱਜ ਦੇ ਅੰਗ ਦੀ ਗੁਰਬਾਣੀ ਦੀ ਵਿਆਖਿਆ ਨੂੰ ਅੱਗੇ ਵਧਾਈਏ। ਅਸੀਂ ਪੜ੍ਹਿਆ ਸੀ ਕਿ ਮਨ ਸ਼ਾਂਤ ਸਹਿਜ ਸੁਭਾਉ, ਬੂਠਾ ਆਨੰਦ ਮੰਗਲ ਗੁਣ ਗਾਇਆ। ਨਾਨਕ ਵਖਾਣੈ ਗੁਰ ਬਚਨ ਜਾਣੈ, ਜਾਕੈ ਮਸਤਕ ਭਾਗ ਸੇ ਸੇਵਾ ਲਾਇਆ। ਨਾਨਕ ਆਖਦਾ ਹੈ, ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ ਭਗਤੀ ਵਿੱਚ ਜੋੜਦਾ ਹੈ। ਆਸਾ ਮਹਿਲਾ ਪੰਜਵਾਂ ਸ਼ਲੋਕ।
ਹਰ ਹਰ ਨਾਮ ਜਪੰਤਿਆ ਕਛਨਾ ਕਹੈ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਹੇ ਭਾਈ, ਪ੍ਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋ ਨਹੀਂ ਸਕਦਾ, ਆਤਮਿਕ ਮੌਤ ਨੇੜੇ ਨਹੀਂ ਆ ਸਕਦੀ। ਹੇ ਨਾਨਕ, ਸਿਮਰਨ ਦੀ ਬਰਕਤ ਨਾਲ ਮਨ ਸੁਖੀ ਰਹਿੰਦਾ ਹੈ, ਹਿਰਦਾ ਸੁਖੀ ਹੋ ਜਾਂਦਾ ਹੈ ਤੇ ਆਖਰ ਪ੍ਰਮਾਤਮਾ ਵੀ ਮਿਲ ਪੈਂਦਾ। ਸ਼ੰਤ ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲੇਹੋ। ਹੇ ਹਰੀ, ਮੈਂ ਦੋਵੇਂ ਹੱਥ ਜੋੜ ਕੇ ਤੇਰੇ ਦਰ ਤੇ ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼, ਮੈਨੂੰ ਵਿਕਾਰਾਂ ਤੋਂ ਬਚਾਈ ਰੱਖ, ਮਿਹਰ ਕਰ, ਮੈਂ ਤੇਰੇ ਸੰਤ ਜਨਾਂ ਦੀ ਸੰਗਤ ਵਿੱਚ ਟਿਕਿਆ ਰਹਾਂ। ਮਿਲੋ ਸੰਤਨ ਕੈ ਸੰਗ ਮੋਹੇ ਉਧਾਰ ਲੇਹੋ, ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ। ਹਰ ਨਾਮ ਮੰਗੋ ਚਰਨ ਲਾਗੋ, ਮਾਨ ਤਿਆਗੋ ਤੁਮ ਦਇਆ। ਹੇ ਹਰੀ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ, ਜੇ ਤੂੰ ਦਇਆ ਕਰੇ, ਮਿਹਰ ਕਰੇ ਤਾਂ ਮੈਂ ਤੇਰੀ ਚਰਨੀ ਲੱਗਾ ਰਹਾਂ ਤੇ ਆਪਣੇ ਅੰਦਰੋਂ ਹੰਕਾਰ ਤਿਆਗ ਦਿਆਂ। ਕਤਹੂ ਨਾ ਧਾਵੋ ਸ਼ਰਨ ਪਾਵੋ, ਕਰੁਣਾ ਮੈਂ ਪ੍ਰਭ ਕਰ ਮਇਆ। ਹੇ ਤਰਸ ਰੂਪ ਪ੍ਰਭੂ, ਮੇਰੇ ਉੱਤੇ ਮਿਹਰ ਕਰ, ਮੈਂ ਤੇਰੀ ਸ਼ਰਨ ਪਿਆ ਰਹਾਂ ਤੇ ਤੇਰਾ ਆਸਰਾ ਛੱਡ ਕੇ ਕਿਸੇ ਹੋਰ ਪਾਸੇ ਨਾ ਦੌੜਾਂ। ਸਮਰੱਥ ਅਗਤ ਅਪਾਰ ਨਿਰਮਲ, ਸੁਣੋ ਸੁਆਮੀ ਬਿਨੋ ਇਹੋ। ਹੇ ਸਭ ਤਾਕਤਾਂ ਦੇ ਮਾਲਕ, ਹੇ ਅਕਥ, ਹੇ ਬੇਅੰਤ, ਹੇ ਪਵਿੱਤਰ ਸਰੂਪ ਸੁਆਮੀ, ਮੇਰੀ ਇਹ ਅਰਦਾਸ ਸੁਣ। ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੇਹੋ। ਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 457ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਰਾਹੀਂ ਅਸੀਂ ਨਜ਼ਾਰਾ, ਖੁਸ਼ੀ ਅਤੇ ਆਨੰਦ ਵਿਚਲੇ ਫਰਕ ਨੂੰ ਜਾਣਿਆ, ਸੁਚੇਤ ਰਹਿਣ ਬਾਰੇ ਜਾਣਿਆ। ਸੁਚੇਤ ਰਹਿਣ ਬਾਰੇ ਹੋਰ ਵੀ ਡੂੰਘਾਈ ਦੇ ਨਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਬਾਂਦਰ ਦੀ ਕਹਾਣੀ ਦੇ ਰਾਹੀਂ ਗੱਲ ਕਰਾਂਗੇ। ਸੋ ਆਓ ਰਲ ਕੇ ਪ੍ਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰੀਏ ਕਿ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ, ਅਸੀਂ ਨਜ਼ਾਰਿਆਂ ਪਿੱਛੇ ਤੇ ਖੁਸ਼ੀ ਪਿੱਛੇ ਭੱਜਣਾ ਛੱਡੀਏ, ਆਨੰਦ ਵੱਲ ਨੂੰ ਆਪਣੇ ਕਦਮ ਵਧਾਈਏ। ਪ੍ਰਮਾਤਮਾ ਸਾਨੂੰ ਆਨੰਦ ਦੇ ਰਸਤੇ 'ਤੇ ਚੱਲਣ ਦੇ ਲਈ ਹਿੰਮਤ ਵੀ ਬਖਸ਼ੇ, ਅਕਲ ਵੀ ਬਖਸ਼ੇ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।